ਪੰਜਾਬੀ ਲਾਇਬ੍ਰੇਰੀ ਤੇ ਮਨਪ੍ਰੀਤ ਰਤੀਆ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਪਰ ਚਲੋ ਇਕੱਠੇ ਚੱਲਦੇ ਹਾਂ ਤੇ ਪੰਜਾਬੀ ਲਾਇਬ੍ਰੇਰੀ ਦੀ ਸ਼ੈਲਫ ਤੋਂ ਇੱਕ ਨਵੀਂ ਕਹਾਣੀ ਪੜ੍ਹਦੇ ਹਾਂ। ਅਗਲੀ ਕਹਾਣੀ ਹੈ ਅਧੂਰੇ ਚਾਅ, ਜਿਸ ਨੂੰ ਲਿਖਿਆ ਹੈ ਕੋਮਲਪ੍ਰੀਤ ਕੌਰ ਜੀ ਨੇ। ਖੁਸ਼ੀਆਂ ਨਾਲ ਬਣਦੀ ਨਹੀਂ, ਦਰਦਾਂ ਦੀ ਜ਼ਿੰਦਗੀ ਦੀਵਾਨੀ ਹੈ। ਸਮਝੇ ਕੋਈ ਇਹਨਾਂ ਪੀੜਾਂ ਨੂੰ ਜੋ ਦਿਲ ਦਾ ਜਾਨੀ ਹੈ। ਮੈਂ ਆਪਣਿਆਂ ਖਾਤਿਰ ਦਿੱਤੀ ਸੁਪਨਿਆਂ ਦੀ ਕੁਰਬਾਨੀ ਹੈ। ਤੜਫ ਰਹੀ ਇਹ ਪਿੰਜਰੇ ਵਿੱਚ ਜੋ ਸੁਪਨਿਆਂ ਦੀ ਮਸਤਾਨੀ ਹੈ। ਦੱਸ ਨਹੀਂ ਹੋਣੀ ਯਾਰਾ, ਇਹ ਪੀੜ ਰੂਹਾਨੀ ਹੈ। ਦੀਵਾਲੀ ਦਾ ਸ਼ੁਭ ਦਿਨ ਸੀ। ਹਰ ਪਾਸਿਓਂ ਪਟਾਕਿਆਂ ਦੀ ਆਵਾਜ਼ ਆ ਰਹੀ ਸੀ। ਸ਼ਹਿਰ ਵਿੱਚ ਤਾਂ ਪਟਾਕਿਆਂ ਦੀ ਆਵਾਜ਼ ਹੋਰ ਵੀ ਗੂੰਜ ਰਹੀ। ਗੁਰਦੁਆਰੇ ਨਿਸ਼ਾਨ ਸਾਹਿਬ ਕੋਲ ਬਹੁਤ ਦੀਵੇ ਮੋਮਬੱਤੀਆਂ ਜਗ ਰਹੀਆਂ ਸੀ। ਪਰ ਦੀਵਾਨ ਹਾਲ ਵਿੱਚ ਇੱਕ ਔਰਤ ਤੇ 2 ਬੱਚੇ ਰੋਂਦੇ ਹੋਏ ਦਿਖ ਰਹੇ ਸੀ। ਉਹ ਬੱਚੇ ਔਰਤ ਦੀ ਔਲਾਦ ਹੀ ਜਾਪਦੀ ਸੀ। ਉਸ ਕੋਲ ਇੱਕ ਬੈਗ ਵੀ ਪਿਆ ਸੀ। ਔਰਤ ਕੁਝ 34-35 ਸਾਲ ਦੀ ਸੀ। ਬੱਚੀ 10 ਤੇ ਬੱਚਾ 6 ਕੁ ਸਾਲਾਂ ਦਾ। ਇੰਨੇ ਸ਼ੁਭ ਦਿਹਾੜੇ ਤੇ ਰੋਂਦੇ ਦੇਖ ਕੇ ਇੱਕ ਪਾਠੀ ਔਰਤ ਕੋਲ ਆਇਆ ਤੇ ਉਸਨੂੰ ਕਿਹਾ, ਬੱਚੀ ਕੀ ਹੋਇਆ? ਇੰਨੇ ਸ਼ੁਭ ਦਿਹਾੜੇ ਤੇ ਰੋ ਕਿਉਂ ਰਹੀ ਹੈ? ਔਰਤ ਨੇ ਅੱਗੋਂ ਜਵਾਬ ਦਿੱਤਾ, ਕੁਝ ਨਹੀਂ ਬਾਬਾ ਜੀ। ਦੱਸ ਪੁੱਤ, ਚੱਲ ਇਹ ਦੱਸ ਤੇਰਾ ਨਾਮ ਕੀ ਹੈ? ਔਰਤ ਨੇ ਆਪਣਾ ਨਾਮ ਸਿਮਰਨ ਦੱਸਿਆ। ਪਾਠੀ ਨੇ ਫੇਰ ਪੁੱਛਿਆ, ਹੁਣ ਦੱਸ ਕੀ ਹੋਇਆ? ਸਿਮਰਨ ਨੇ ਫੇਰ ਅੱਗੇ ਤੋਂ ਕੁਝ ਨਹੀਂ ਬਾਬਾ ਜੀ ਬਸ ਆਖਿਆ, ਅੱਖਾਂ ਸਾਫ਼ ਕਰਦੀ ਹੋਈ ਨੇ। ਪਾਠੀ, ਜੇ ਕੋਈ ਤੰਗੀ ਹੈ ਤਾਂ ਦੱਸ, ਲੈ ਫੋਨ, ਘਰਦਿਆਂ ਦਾ ਨੰਬਰ ਮਿਲਾ ਲੈ। ਸਿਮਰਨ, ਨਹੀਂ ਮੇਰੇ ਕੋਲ ਫੋਨ ਹੈ, ਲੋੜ ਪੈਣ ਤੇ ਮੈਂ ਵਰਤ ਲਵਾਂਗੀ। ਫੋਨ ਅਸਲ ਵਿੱਚ ਬੰਦ ਪਿਆ ਸੀ। ਇੰਨੇ ਨੂੰ ਬੱਚਾ ਬੋਲਿਆ ਕਿ ਉਸਨੇ ਪਾਣੀ ਪੀਣਾ ਹੈ, ਉਸਨੂੰ ਪਿਆਸ ਲੱਗੀ ਹੋਈ ਹੈ। ਸਿਮਰਨ ਨੇ ਕਿਹਾ, ਚੱਲ ਪੁੱਤ ਆ। ਬਾਬਾ ਜੀ ਲੰਗਰ ਹਾਲ ਕਿੱਥੇ ਆ? ਪਾਠੀ, ਆਓ ਬੇਟਾ ਜੀ ਮੈਂ ਲੈ ਕੇ ਚੱਲਦਾ ਹਾਂ। ਸਿਮਰਨ, ਕੁਦਰਤ ਬੈਗ ਦਾ ਧਿਆਨ ਰੱਖੀ ਪੁੱਤ। ਕੁਦਰਤ ਉਸਦੀ ਬੱਚੀ ਦਾ ਨਾਮ ਸੀ। ਇੰਨੇ ਨੂੰ ਪਾਠੀ ਤੇ ਸਿਮਰਨ ਉੱਥੋਂ ਚਲੇ ਜਾਂਦੇ ਹਨ। ਕੁਦਰਤ ਨੇ ਸਿਮਰਨ ਦੇ ਫੋਨ ਵਿੱਚ ਸਵਿਚ ਔਨ ਕੀਤਾ ਤੇ ਕਿਸੇ ਨੂੰ ਫੋਨ ਮਿਲਾਇਆ ਅਤੇ ਦੀਵਾਨ ਹਾਲ ਤੋਂ ਬਾਹਰ ਚਲੀ ਗਈ। ਉਹ ਗੁਰਦੁਆਰੇ ਦੇ ਗੇਟ ਕੋਲ ਜਾ ਰਹੀ ਸੀ। ਗੁਰੂ ਘਰ ਦੇ ਬਾਹਰ ਇੱਕ ਆਦਮੀ ਤੇ ਇੱਕ ਬੁੱਢੀ ਔਰਤ ਖੜੇ ਸੀ। ਆਦਮੀ 27-28 ਸਾਲ ਦਾ ਤੇ ਬੁੱਢੀ ਔਰਤ 70 ਕੁ ਸਾਲ ਦੀ। ਕੁਦਰਤ ਉਹਨਾਂ ਕੋਲ ਭੱਜੀ ਜਾਂਦੀ ਹੈ। ਉਹ ਬਜ਼ੁਰਗ ਔਰਤ ਕੁਦਰਤ ਨੂੰ ਘੁੱਟ ਕੇ ਗਲ ਨਾਲ ਲਾ ਰੋਣ ਲੱਗ ਜਾਂਦੀ ਹੈ ਤੇ ਉਹ ਆਦਮੀ ਦੀਆਂ ਅੱਖਾਂ 'ਚੋਂ ਵੀ ਹੰਝੂ ਵਹਾਉਣ ਲੱਗ ਜਾਂਦੇ ਨੇ। ਅਸਲ ਵਿੱਚ ਉਹ ਬੁੱਢੀ ਔਰਤ ਤੇ ਆਦਮੀ ਸਿਮਰਨ ਦਾ ਭਰਾ ਅਤੇ ਮਾਂ ਸੀ, ਜੋ ਉਹਨਾਂ ਨੂੰ ਕਾਫੀ ਸਮੇਂ ਤੋਂ ਲੱਭ ਰਹੇ ਸਨ। ਕੁਦਰਤ ਆਪਣੀ ਮਾਂ ਵੱਲ ਇਸ਼ਾਰਾ ਕਰਦੀ ਹੋਈ ਕਹਿੰਦੀ ਹੈ ਕਿ ਮਾਂ ਉੱਥੇ ਆ। ਸਿਮਰਨ ਦੀ ਮਾਂ ਤੇ ਭਰਾ ਸਿਮਰਨ ਕੋਲ ਚਲੇ ਜਾਂਦੇ ਨੇ। ਉਹਨਾਂ ਦੋਵਾਂ ਨੂੰ ਦੇਖ ਸਿਮਰਨ ਦੀਆਂ ਅੱਖਾਂ 'ਚੋਂ ਫਿਰ ਪਾਣੀ ਆਉਣ ਲੱਗ ਜਾਂਦਾ ਹੈ। ਉਹ ਜ਼ੋਰ ਦੀ ਰੋਣ ਲੱਗ ਜਾਂਦੀ ਆ। ਅਵਤਾਰ, ਸਿਮਰਨ ਦਾ ਭਰਾ, ਤੂੰ ਪਾਗਲ ਹੋਈ ਹੈ ਭੈਣ? ਤੂੰ ਸਾਨੂੰ ਫੋਨ ਨਹੀਂ ਕਰ ਸਕਦੀ ਸੀ? ਆਪਣੇ ਜਵਾਕਾਂ ਦਾ ਹਾਲ ਦੇਖ। ਚੱਲ ਛੱਡ, ਕੁਝ ਨਹੀਂ ਹੁੰਦਾ, ਤੂੰ ਰੋ ਨਾ, ਇੱਥੋਂ ਚੱਲ। ਸਿਮਰਨ, ਨਹੀਂ ਮੈਂ ਨਹੀਂ ਜਾਣਾ, ਕੋਈ ਨਹੀਂ ਮੇਰਾ। ਉਸਨੂੰ ਰੋਂਦੇ ਦੇਖ ਸਭ ਸੰਗਤਾਂ ਉਸ ਵੱਲ ਦੇਖ ਰਹੀਆਂ ਸੀ। ਅਵਤਾਰ ਸਿਮਰਨ ਨੂੰ ਜਿਵੇਂ ਤਿਵੇਂ ਚੁੱਪ ਕਰਵਾ ਗੁਰੂ ਘਰੋਂ ਬਾਹਰ ਲੈ ਕੇ ਆਉਂਦਾ ਹੈ। ਬੱਚਿਆਂ ਦੀ ਸ਼ਕਲ ਤੋਂ ਉਹ ਭੁੱਖੇ ਦਿਖ ਰਹੇ। ਅਵਤਾਰ ਤਿੰਨਾਂ ਨੂੰ ਇੱਕ ਦੁਕਾਨ ਤੇ ਲੈ ਗਿਆ ਤੇ ਉਸਨੇ ਕੁਝ ਖਾਣ ਨੂੰ ਮੰਗਵਾਇਆ, ਪਰ ਸਿਮਰਨ ਨੇ ਕੁਝ ਨਾ ਖਾਧਾ। ਉਹ ਸਿਰਫ ਰੋ ਰਹੀ ਸੀ। ਟੁੱਟੇ ਨੇ ਮੇਰੇ ਸੁਪਨੇ,
ਟੁੱਟੇ ਨੇ ਮੇਰੇ ਚਾਅ। ख्वाब जो सजाए सी विके ने कक्खां पा। जिंदगी नूं खुशी हजम नहीं हुई, दुखां दा देख पैंदा गा। एक एक करके सारे अरमान होए ने सवा। मैनू मेरे ही अपनियां ने कीता है गुमराह। टुट्टे ने मेरे सपने, टुट्टे ने मेरे चाह। बदलाव बंदे दी जिंदगी दा बड़ा अनमोल चेहरा है। इन्हां बिना जिंदगी चंगी दा बतीत होनी औखी है। जिंदगी विच अगे वधन लई ये बहुत ज़रूरी ने, पर कई बार बदलाव बहुत औखे हो जाते ने। जिवें औरत वास्ते अपना घर छड्ड दूजे घर जाना, ते जे हमसफर चंगा ना होवे तां जिंदगी नरक वर्गी महसूस हुंदी है। रब किसे किसे ते गुनाह दा बहुत मेहरबान हुंदा है। सिमरन नाल भी कुछ इस तरह ही सी। ਉਹ ਬਹੁਤ ਹੀ ਖੂਬਸੂਰਤ ਸੀ। ਗੋਰਾ ਰੰਗ, ਬਿੱਲੀਆਂ ਅੱਖਾਂ, ਕੁੰਡਲ ਵਾਲ। ਸ਼ਾਇਦ ਉਸਦੀ ਖੂਬਸੂਰਤੀ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਨਾ ਔਖਾ ਹੈ। ਗੁਣਾਂ ਨਾਲ ਵੀ ਭਰਪੂਰ ਸੀ। ਮਿੱਠਾ ਬੋਲਣ ਵਾਲੀ ਤੇ ਨੀਵੇਂ ਤੇ ਨਿਮਾਣਾ ਰਹਿਣ ਵਾਲੀ ਪਿਆਰੀ ਜਿਹੀ ਕੁੜੀ ਸੀ ਉਹ। ਸਿਮਰਨ ਸ਼ਹਿਰ ਬਠਿੰਡਾ ਦੀ ਰਹਿਣ ਵਾਲੀ ਸੀ। ਘੱਟ ਲੜਨਾ ਝਗੜਨਾ ਤੇ ਸਹਿਜ ਸੁਭਾਅ ਰਹਿਣਾ ਸਿਮਰਨ ਦੇ ਪਰਿਵਾਰ ਦਾ ਇੱਕ ਚੰਗਾ ਗੁਣ ਸੀ। ਉਸਦਾ ਪੜ੍ਹ ਲਿਖ ਕੇ ਟੀਚਰ ਬਣਨ ਦਾ ਸੁਪਨਾ ਸੀ, ਪਰ ਘਰ ਦੀ ਆਰਥਿਕ ਤੰਗੀ ਕਾਰਨ ਘਰਦਿਆਂ ਨੇ ਉਸਦੀਆਂ 12 ਪੜ੍ਹਿਆ ਹੀ ਮਨਜ਼ੂਰ ਸੀ। ਫਿਰ ਉਸਨੇ ਆਪਣੇ ਅਰਮਾਨਾਂ ਦਾ ਗਲਾ ਘੁੱਟਣਾ ਹੀ ਸਹੀ ਸਮਝਿਆ। ਨਾ ਪੂਰੇ ਹੋਏ ਮੇਰੇ ਅਰਮਾਨ, ਨਾ ਪੂਰੀਆਂ ਹੋਈਆਂ ਜ਼ਿੱਦਾਂ ਨੇ। ਜਿਉਣੀ ਸੀ ਜ਼ਿੰਦਗੀ ਖੁੱਲ੍ਹ ਕੇ, ਦੱਸ ਕਿੱਦਾਂ ਜੀਵਾਂ ਵੇ। ਆਪਣੇ ਹੱਥੀਂ ਆਪਣੇ ਅਰਮਾਨਾਂ ਦੀ ਘੁੱਟੀ ਮੈਂ ਸੰਗੀ ਹੈ। ਆਪਣਿਆਂ ਵਾਸਤੇ ਬਣਾਉਣੀ ਮੈਂ ਜ਼ਿੰਦਗੀ ਬੇਰੰਗੀ ਹੈ। ਸਿਮਰਨ ਦੇ ਘਰ ਵਾਲਿਆਂ ਨੇ ਉਸ ਲਈ ਮੁੰਡਾ ਲੱਭਣਾ ਸ਼ੁਰੂ ਕਰ ਦਿੱਤਾ। ਸਿਮਰਨ ਦੀ ਚਾਚੀ ਨੇ ਇੱਕ ਮੁੰਡੇ ਦੀ ਦੱਸ ਪਾਈ। ਮੁੰਡਾ ਪਿੰਡ ਵਿੱਚ ਰਹਿੰਦਾ ਸੀ। ਉਹ ਸੋਹਣਾ ਸੁਨੱਖਾ ਸੀ, ਪਰ ਪੜ੍ਹਿਆ ਲਿਖਿਆ ਠੀਕ ਠਾਕ ਹੀ ਸੀ। ਸੁਭਾਅ ਪੱਖੋਂ ਅੜਬ, ਸੱਚਾ ਤੇ ਆਪਣੀ ਮਨਮਰਜ਼ੀ ਕਰਨ ਵਾਲਾ ਸੀ। ਉਸਦਾ ਨਾਮ ਹਰਦੀਪ ਸਿੰਘ ਸੀ। ਉਸਦਾ ਘਰ-ਬਾਰ ਵੀ ਚੰਗਾ ਸੀ। ਆਖਰ ਰਿਸ਼ਤਾ ਤੈਅ ਕੀਤਾ ਗਿਆ। 2 ਹਫ਼ਤੇ ਬਾਅਦ ਮੰਗਣੀ ਤੇ 6 ਮਹੀਨੇ ਬਾਅਦ ਵਿਆਹ। ਸਿਮਰਨ ਆਪਣੇ ਘਰਦਿਆਂ ਨੂੰ ਖੁਸ਼ ਦੇਖ ਕੇ ਖੁਸ਼ ਵੀ ਸੀ ਤੇ ਆਪਣੇ ਆਪ ਨੂੰ ਲੈ ਕੇ ਉਦਾਸ ਵੀ। ਆਖਰ ਸ਼ਗਨਾਂ ਦਾ ਦਿਨ ਆਇਆ। ਵਿਆਹ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ। ਹਰਦੀਪ ਦਾ ਘਰ ਬਹੁਤ ਵੱਡਾ ਸੀ। ਅਕਸਰ ਨਵੇਂ ਘਰ ਵਿੱਚ ਘੁਲਣ ਮਿਲਣ ਨੂੰ ਸਮਾਂ ਲੱਗ ਜਾਂਦਾ ਹੈ, ਪਰ ਸਿਮਰਨ ਨੂੰ ਬਹੁਤ ਜ਼ਿਆਦਾ ਸਮਾਂ ਲੱਗ ਗਿਆ, ਕਿਉਂਕਿ ਸ਼ਹਿਰ ਤੇ ਪਿੰਡਾਂ ਦੇ ਵਸੇਰੇ ਵਿੱਚ ਬਹੁਤ ਫਰਕ ਹੁੰਦਾ ਹੈ। ਅਕਸਰ ਉੱਚਾ ਬੋਲਣਾ, ਲੜਾਈ ਝਗੜੇ ਹਰਦੀਪ ਦੇ ਘਰ ਦੀ ਆਮ ਗੱਲ ਸੀ, ਜਿਸ ਕਾਰਨ ਸਿਮਰਨ ਬਹੁਤ ਖੁਸ਼ ਨਹੀਂ ਸੀ। ਪਰ ਹੌਲੀ ਹੌਲੀ ਆਪਣੇ ਆਪ ਨੂੰ ਘਰ ਵਿੱਚ ਘੁਲਾ ਮਿਲਾ ਲਿਆ। ਸਮੇਂ ਪੈਣ ਤੇ ਰੱਬ ਦੀ ਮਿਹਰ ਨਾਲ ਉਹਨੂੰ 2 ਬੱਚਿਆਂ ਦੀ ਬਖਸ਼ਿਸ਼ ਹੋਈ, ਜਿਨ੍ਹਾਂ ਨਾਲ ਉਹ ਬਹੁਤ ਖੁਸ਼ ਸੀ। ਕੁਝ ਕੁ ਸਾਲ ਐਵੇਂ ਹੀ ਚੱਲਦਾ ਰਿਹਾ। ਸਿਮਰਨ ਦੀ ਛੋਟੀ ਜਿਹੀ ਗਲਤੀ ਤੇ ਹਰਦੀਪ ਬਹੁਤ ਗੁੱਸੇ ਹੁੰਦਾ ਤੇ ਗਾਲੀ ਗਲੋਚ ਕਰਦਾ। ਸਿਮਰਨ ਇਹਨਾਂ ਦਰਦਾਂ ਨੂੰ ਆਪਣੀ ਕਿਸਮਤ ਸਮਝ ਸਭ ਚੁੱਪਚਾਪ ਸਹਿੰਦੀ ਰਹੀ। ਫਿਰ ਇੱਕ ਦਿਨ ਸਿਮਰਨ ਦੀ ਮਾਂ ਦਾ ਫੋਨ ਆਇਆ। ਪੁੱਤ ਕਿਵੇਂ ਹੈ? ਘਰ ਸਭ ਰਾਜੀ ਖੁਸ਼ੀ? ਹਾਂਜੀ ਮੰਮੀ, ਸਭ ਵਧੀਆ, ਤੁਸੀਂ ਸੁਣਾਓ? ਮਾਂ, ਠੀਕ ਆ ਪੁੱਤ ਦੀਵਾਲੀ ਆ ਰਹੀ ਹੈ। ਐਤਕੀ ਤੈਨੂੰ ਸਾਡੇ ਕੋਲ ਆਈ ਨੂੰ ਵੀ ਬੜਾ ਟਾਈਮ ਹੋ ਗਿਆ, ਆ ਕੇ ਮਿਲ ਹੀ ਜਾਂਦੀ। ਸਿਮਰਨ ਨੇ ਅੱਗੋਂ ਜਵਾਬ ਦਿੱਤਾ, ਮੇਰਾ ਵੀ ਬੜਾ ਦਿਲ ਕਰਦਾ ਮੰਮੀ। ਚਲੋ ਮੈਂ ਕਰਦੀ ਹਾਂ ਹਰਦੀਪ ਨਾਲ ਗੱਲ। ਚੰਗਾ ਪੁੱਤ। ਹਰਦੀਪ ਸਿਮਰਨ ਨੂੰ ਕੁਝ ਦਿਨਾਂ ਲਈ ਸਿਮਰਨ ਦੇ ਪੇਕੇ ਘਰ ਛੱਡ ਆਇਆ। ਸਿਮਰਨ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪੇਕੇ ਘਰ ਦੀਵਾਲੀ ਮਨਾਉਣ ਗਈ ਸੀ। ਉਸਦੇ ਪੇਕੇ ਘਰ ਉਸ ਸਮੇਂ ਦੀਵਾਲੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸਿਮਰਨ ਵਿਆਹ ਤੋਂ ਪਹਿਲਾਂ ਵਾਂਗ ਹੀ ਘਰ ਦੀ ਸਫਾਈ ਕਰਵਾਉਣ ਲੱਗੀ। ਉਹ ਉੱਥੇ ਬਹੁਤ ਖੁਸ਼ ਸੀ। ਉਸਨੂੰ ਜਿਵੇਂ ਲੱਗ ਰਿਹਾ ਸੀ ਉਸਦੇ ਸਿਰ 'ਤੇ ਕੋਈ ਜ਼ਿੰਮੇਵਾਰੀ ਨਾ ਹੋਵੇ। ਉਹ ਪਹਿਲਾਂ ਵਾਂਗ ਐਸ਼ ਦੀ ਜ਼ਿੰਦਗੀ ਜੀ ਰਹੀ ਸੀ। ਉਸੇ ਤਰ੍ਹਾਂ ਮਾਂ ਦੇ ਹੱਥ ਦੀਆਂ ਪੱਕੀਆਂ ਰੋਟੀਆਂ ਖਾਣਾ, ਭਰਾ ਨਾਲ ਲੜਨਾ ਅਤੇ ਸਭ ਦਾ ਪਿਆਰ ਬਟੋਰਨਾ। ਆਖਿਰ ਦੀਵਾਲੀ ਦਾ ਸ਼ੁਭ ਦਿਨ ਆਇਆ ਤੇ ਸਿਮਰਨ ਦੀ ਸੱਸ ਦਾ ਫੋਨ ਆਇਆ।
ਸਤਿ ਸ਼੍ਰੀ ਅਕਾਲ ਬੀਜੀ। ਸਿਮਰਨ ਦੀ ਸੱਸ ਬਲਜੀਤ ਕੌਰ। ਸਤਿ ਸ਼੍ਰੀ ਅਕਾਲ ਪੁੱਤ। ਦੀਵਾਲੀ ਦੀਆਂ ਸ਼ੁਭ ਕਾਮਨਾਵਾਂ ਬੀਜੀ। ਤੈਨੂੰ ਵੀ ਪੁੱਤ। ਕਿਵੇਂ ਆ ਤੂੰ ਅਤੇ ਮੇਰੇ ਬੱਚੇ? ਸਿਮਰਨ ਵਧੀਆ ਬੀਜੀ। ਬਲਜੀਤ ਕੌਰ ਪੁੱਤ, ਅੱਜ ਵਾਪਸ ਆ ਜਾਂਦੀ। ਤੇਰੇ ਬਿਨਾਂ ਤੇ ਕੁਦਰਤ ਹੋਣਾ ਬਿਨਾਂ ਸਾਡੀ ਕਾਹਦੀ ਦੀਵਾਲੀ ਪੁੱਤ। ਵੈਸੇ ਵੀ ਤਾਂ ਕਿੰਨੇ ਦਿਨ ਹੋ ਗਏ ਤੈਨੂੰ ਆਈ ਨੂੰ। ਇੰਨੇ ਦਿਨਾਂ ਦੀ ਦੀਵਾਲੀ ਹੀ ਤਾਂ ਮਨਾ ਰਹੀ ਹੈ ਰੋਜ਼-ਰੋਜ਼। ਅੱਜ ਘਰ ਆ ਜਾ ਪੁੱਤ। ਜਿਵੇਂ ਤੁਸੀਂ ਕਹੋ ਬੀਜੀ। ਚੱਲ ਪੁੱਤ, ਮੈਂ ਹਰਦੀਪ ਨੂੰ ਕਹਿੰਦੀ ਹਾਂ ਤੁਹਾਨੂੰ ਤਿੰਨਾਂ ਨੂੰ ਲੈ ਆਵੇ। ਠੀਕ ਹੈ ਬੀਜੀ। ਇੰਨਾ ਕਹਿ ਸਿਮਰਨ ਨੇ ਫੋਨ ਕੱਟ ਦਿੱਤਾ ਅਤੇ ਸਮਾਨ ਦੀ ਪੈਕਿੰਗ ਸ਼ੁਰੂ ਕਰ ਦਿੱਤੀ। ਕੁਝ 2-3 ਘੰਟਿਆਂ ਨੂੰ ਹਰਦੀਪ ਆਪਣੇ ਸਹੁਰੇ ਘਰ ਆ ਜਾਂਦਾ ਹੈ। ਉਹ ਸਭ ਨੂੰ ਮਿਲਿਆ ਅਤੇ ਸਭ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਾ ਹੈ। ਸਭ ਨੇ ਉਸਨੂੰ ਬੜਾ ਹੱਸ ਕੇ ਬੁਲਾਇਆ। ਸਿਮਰਨ ਨੇ ਆਪਣੇ ਪੇਕੇ ਘਰ ਕਦੇ ਵੀ ਨਹੀਂ ਦੱਸਿਆ ਸੀ ਕਿ ਹਰਦੀਪ ਕਿੰਨਾ ਦੁਖੀ ਕਰਦਾ ਉਸਨੂੰ। ਸਗੋਂ ਉਹ ਹਮੇਸ਼ਾ ਹਰਦੀਪ ਦੀਆਂ ਸਿਫਤਾਂ ਹੀ ਕਰਦੀ ਸੀ। ਉਸ ਸਮੇਂ ਹਾਲੇ 11 ਕੁ ਵਜੇ ਸੀ ਦਿਨ ਦੇ। ਉਹਨਾਂ ਨੇ ਰੋਟੀ ਪਾਣੀ ਖਾਧਾ। 2 ਕੁ ਵਜੇ ਜਾਣ ਦੀ ਤਿਆਰੀ ਹੋ ਗਈ। ਹਰਦੀਪ ਸਿਮਰਨ ਤੇ ਜਵਾਕਾਂ ਨੂੰ ਲੈ ਕੇ ਗੱਡੀ ਵਿੱਚ ਬੈਠ ਗਿਆ ਅਤੇ ਉਹ ਪਿੰਡ ਵੱਲ ਨੂੰ ਰਵਾਨਾ ਹੋ ਗਏ। ਹਾਲੇ ਉਹਨਾਂ ਨੂੰ ਤੁਰਿਆਂ 10-20 ਮਿੰਟ ਹੀ ਹੋਏ ਸੀ। ਸਿਮਰਨ ਦਾ ਵਾਪਸ ਜਾਣ ਦਾ ਮਨ ਨਹੀਂ ਸੀ। ਹਰਦੀਪ ਨੇ ਸਿਮਰਨ ਨੂੰ 2-3 ਵਾਰ ਬੁਲਾਇਆ, ਪਰ ਉਹ ਜਿਵੇਂ ਹਾਲੇ ਆਪਣੇ ਪੇਕੇ ਘਰ ਹੀ ਹੋਵੇ। ਉਸਨੇ ਹਰਦੀਪ ਦੀ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ। ਇਹ ਨਹੀਂ ਸੀ ਕਿ ਉਸਦਾ ਗੱਲ ਕਰਨ ਨੂੰ ਜੀ ਨਹੀਂ ਸੀ, ਬਲਕਿ ਇਹ ਸੀ ਕਿ ਉਸਦਾ ਹਰਦੀਪ ਵੱਲ ਧਿਆਨ ਹੀ ਨਹੀਂ ਸੀ। ਹਰਦੀਪ, ਮੈਂ ਤੈਨੂੰ 10 ਵਾਰ ਬੁਲਾ ਲਿਆ ਹੋਇਆ। ਕੀ ਆ ਤੈਨੂੰ? ਤੇਰਾ ਹਰ ਵਾਰ ਪੇਕੇ ਘਰੋਂ ਆ ਕੇ ਇਹੀ ਸਿਆਪਾ ਹੁੰਦਾ। ਜੇ ਇੰਨੇ ਚੰਗੇ ਲੱਗਦੇ ਆ ਤੈਨੂੰ ਪੇਕੇ, ਉੱਥੇ ਹੀ ਰਹਿ। ਸਾਡੇ ਘਰ ਆਉਣ ਦੀ ਕੋਈ ਲੋੜ ਨਹੀਂ। ਸਿਮਰਨ ਨੇ ਅੱਗੋਂ ਜਵਾਬ ਦਿੱਤਾ। ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਬਸ ਮੇਰਾ ਧਿਆਨ ਨਹੀਂ ਸੀ। ਬੋਲੋ, ਕੀ ਕਹਿੰਦੇ ਸੀ? ਹਰਦੀਪ, ਕਹਿਣਾ ਸਵਾਹ ਤੇਰੇ ਵਰਗੀ। ਤੇਰੇ ਵਰਗੀ ਸਿਰਫ ਛਿੱਤਰਾਂ ਦੀ ਲਾਇਕ ਹੈ। ਜਿੰਨੇ ਪੈਣ ਉਨੇ ਥੋੜੇ। ਨਹੀਂ ਜੀ, ਮੈਂ ਕਿਹਾ ਮੇਰਾ ਧਿਆਨ ਨਹੀਂ ਸੀ। ਛਿੱਤਰ ਵਾਲੀ ਕੀ ਗੱਲ ਆ? ਹਰਦੀਪ, ਜ਼ੁਬਾਨ ਲੜਾਉਣੀ ਆ ਮੇਰੇ ਅੱਗੇ? ਇੰਨਾ ਕਿ ਹਰਦੀਪ ਨੇ ਸਿਮਰਨ ਦੇ ਜ਼ੋਰ ਨਾਲ ਚਪੇੜ ਮਾਰਦਾ। ਦੋਵੇਂ ਬੱਚੇ ਰੋਂਦੇ ਹੋਏ ਮੰਮੀ ਨੂੰ ਨਾ ਮਾਰਨ ਵੱਲ ਕਹਿੰਦੇ ਨੇ। ਪੇਕੇ ਜਾ, ਤੇਰੇ ਕੁਝ ਜ਼ਿਆਦਾ ਹੀ ਖੰਭ ਲੱਗ ਜਾਂਦੇ ਨੇ। ਇੰਨਾ ਚਾਰ ਤੈਨੂੰ ਪੇਕੇ ਰਹਿਣ ਦਾ, ਚੱਲ ਉੱਤਰ ਗੱਡੀ ਚੋਂ। ਸਿਮਰਨ, ਨਹੀਂ ਜੀ, ਇੱਦਾਂ ਨਾ ਕਰੋ, ਮੈਂ ਨਹੀਂ ਜਾਣਾ। ਮੇਰੇ ਤੋਂ ਜਵਾਕਾਂ ਬਿਨਾਂ ਨਹੀਂ ਰਹਿ ਹੋਣਾ। ਮੈਂ ਕਿੱਥੇ ਜਾਊਂ? ਹਰਦੀਪ ਨੇ ਨਹਿਰ ਦੇ ਕੰਢੇ ਗੱਡੀ ਰੋਕ ਕੇ ਅਤੇ ਗੱਡੀ 'ਚੋਂ ਉਤਰ ਕੇ ਨਾਲ ਦੀ ਕੰਡਕਟਰ ਸੀਟ ਵੱਲ ਗਿਆ। ਖਿੜਕੀ ਖੋਲ੍ਹੀ ਅਤੇ ਸਿਮਰਨ ਨੂੰ ਬਾਂਹ ਤੋਂ ਫੜ ਕੇ ਬਾਹਰ ਕੱਢਦਾ। ਸਿਮਰਨ ਬੜੀ ਜ਼ੋਰ ਦੀ ਨੀਚੇ ਡਿੱਗ, ਜਿਸ ਕਾਰਨ ਉਸਦਾ ਮੋਢਾ ਹਿੱਲ ਗਿਆ। ਉਸਦੀਆਂ ਅੱਖਾਂ 'ਚੋਂ ਵੀ ਪਾਣੀ ਆਉਣ ਲੱਗਾ। ਦੋਵੇਂ ਜਵਾਕ ਵੀ ਰੋਂਦੇ ਹੁੰਦੇ ਨੇ। ਕੁਦਰਤ ਆਪਣੀ ਕਾਰ ਦੀ ਖਿੜਕੀ ਖੋਲ੍ਹਦੀ ਆ ਤੇ ਨੀਚੇ ਡਿੱਗੀ ਮਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰਦੀ ਆ। ਹਰਦੀਪ ਗੱਡੀ 'ਚੋਂ ਬੈਗ ਕੱਢ ਕੇ ਨੀਚੇ ਸੁੱਟ ਦਿੰਦਾ ਹੈ। ਉਹ ਮੁੰਡੇ ਨੂੰ ਵੀ ਬਾਹੋਂ ਫੜ ਕੇ ਬਾਹਰ ਕੱਢ ਦਿੰਦਾ ਹੈ ਤੇ ਆਖਦਾ, ਹੁਣ ਰਹਿ ਸਾਰੀ ਉਮਰ ਆਪਣੇ ਪੇਕਿਆਂ ਦੇ। ਇੰਨਾ ਕਹਿ ਉਹ ਵਾਪਸ ਡਰਾਈਵਰ ਸੀਟ ਵੱਲ ਨੂੰ ਆਉਂਦਾ ਹੈ ਤੇ ਗੱਡੀ ਸਟਾਰਟ ਕਰ ਵਾਪਸ ਇਕੱਲਾ ਹੀ ਪਿੰਡ ਵੱਲ ਰਵਾਨਾ ਹੋ ਜਾਂਦਾ ਹੈ। ਹਰਦੀਪ ਦੇ ਜਾਣ ਪਿੱਛੋਂ ਸਿਮਰਨ ਅੰਦਰੋਂ ਟੁੱਟ ਜਾਂਦੀ ਹੈ, ਜਿਵੇਂ ਕਿ ਉਸਦੇ ਅੰਦਰ ਜਿਉਣ ਦੀ ਆਸ ਖਤਮ ਹੋ ਗਈ ਹੋਵੇ। ਉਸਨੂੰ ਵਾਪਸ ਜਾਣ ਨਾਲੋਂ ਨਹਿਰ ਵਿੱਚ ਛਾਲ ਮਾਰਨਾ ਮਨਜ਼ੂਰ ਸੀ। ਉਹ ਨਹਿਰ ਕੋਲ ਜਾਂਦੀ ਹੈ, ਡੁੱਬਣ ਲਈ ਤਿਆਰ ਹੋ ਜਾਂਦੀ ਹੈ। ਕੁਦਰਤ ਉਸਨੂੰ ਬਾਂਹ ਫੜ ਕੇ ਰੋਕਦੀ ਹੈ ਅਤੇ ਜਾ ਕੇ ਇਕੱਠੇ ਮਰਨ ਜਾਂ ਵਾਪਸ ਜਾਣ ਬਾਰੇ ਕਹਿੰਦੀ ਆ। ਅੰਮੀ, ਸਾਡੇ ਤੋਂ ਤੇਰੇ ਬਿਨਾਂ ਰਿਹਾ ਨਹੀਂ ਜਾਣਾ। ਇੰਨਾ ਕਿ ਕੁਦਰਤ ਸਿਮਰਨ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੀ ਆ। ਫਿਰ ਸਿਮਰਨ ਜਵਾਕਾਂ ਵੱਲ ਦੇਖ ਰੁਕ ਜਾਂਦੀ ਹੈ ਤੇ ਨਹਿਰ ਕਿਨਾਰੇ ਬਹਿ ਕੇ ਰੋਣ ਲੱਗ ਜਾਂਦੀ ਹੈ। ਉਹ ਆਪਣਾ ਫੋਨ ਬੰਦ ਕਰ ਦਿੰਦੀ ਹੈ, ਕਿਉਂਕਿ ਉਹ ਵਾਪਸ ਜਾ ਕੇ ਆਪਣੇ ਪੇਕੇ ਘਰ ਵਾਲਿਆਂ ਦੀ ਸਿਰਦਰਦੀ ਨਹੀਂ ਬਣਨਾ ਚਾਹੁੰਦੀ ਸੀ ਤੇ ਨਾ ਹੀ ਹਰਦੀਪ ਦੇ ਘਰ ਜਾਣਾ ਚਾਹੁੰਦੀ ਸੀ।
ਇੰਨੇ ਕੁ ਸਮੇਂ ਨੂੰ ਉੱਥੇ ਇੱਕ ਰਿਕਸ਼ੇ ਵਾਲਾ ਆ ਜਾਂਦਾ ਹੈ। ਕੁਦਰਤ ਆਪਣੀ ਸਿਆਣਪ ਵਰਤਦੀ ਹੈ ਤੇ ਰਿਕਸ਼ੇ ਵਾਲੇ ਨੂੰ ਉਹਨਾਂ ਸਭ ਨੂੰ ਕਿਸੇ ਨੇੜੇ ਦੇ ਗੁਰਦੁਆਰੇ ਛੱਡਣ ਲਈ ਕਹਿੰਦੀ ਹੈ ਤੇ ਨਾਨੀ ਵੱਲੋਂ ਦਿੱਤੇ ਪੈਸੇ ਰਿਕਸ਼ੇ ਵਾਲੇ ਨੂੰ ਦਿੰਦੀ ਹੈ। ਰਿਕਸ਼ੇ ਵਾਲਾ ਉਹਨਾਂ ਤਿੰਨਾਂ ਨੂੰ ਗੁਰੂ ਘਰ ਛੱਡ ਦਿੰਦਾ। ਉਹ ਤਿੰਨੇ ਜਾ ਕੇ ਦੀਵਾਨ ਹਾਲ ਵਿੱਚ ਬੈਠ ਜਾਂਦੇ ਨੇ। ਇੰਨੇ ਕੁ ਸਮੇਂ ਨੂੰ ਹਰਦੀਪ ਪਿੰਡ ਪਹੁੰਚ ਜਾਂਦਾ ਹੈ। ਹਰਦੀਪ ਦੀ ਗੱਡੀ 'ਚੋਂ ਬਾਹਰ ਨਿਕਲ ਕੇ ਵਕਤ ਉਸਦੀ ਮਾਂ ਪੁੱਛਦੀ ਆ, ਕੀ ਹੋਇਆ ਪੁੱਤ, ਸਿਮਰਨ ਆਈ ਨਹੀਂ? ਮੈਨੂੰ ਤਾਂ ਕਹਿੰਦੀ ਸੀ ਮੈਂ ਆਉਣ, ਹੁਣ ਆਈ ਨਹੀਂ। ਪਤਾ ਨਹੀਂ ਇਹ ਕੁੜੀ ਕੀ ਕਰਦੀ ਰਹਿੰਦੀ ਹੈ। ਉਹ ਬਿਨਾਂ ਜਵਾਬ ਦਿੱਤੇ ਆਕੜਿਆ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਬਲਜੀਤ ਉਸਦੇ ਪਿੱਛੇ ਪਿੱਛੇ ਉਸਦੇ ਕਮਰੇ ਵਿੱਚ ਚਲੀ ਜਾਂਦੀ ਹੈ। ਕੀ ਹੋਇਆ, ਤੂੰ ਬੋਲਦਾ ਕਿਉਂ ਨਹੀਂ? ਹੁਣ ਨਹੀਂ ਆਉਣਾ ਉਹਨੇ ਕਦੇ। ਕੀ ਬੋਲੀ ਜਾਂਦਾ ਪੁੱਤ? ਅੱਜ ਉਹ ਸਾਲੀ ਬਾਲੀ ਆਕੜਦੀ ਸੀ। ਮੈਂ ਉਹਨੂੰ ਤੇ ਉਹਦੀ ਆਕੜ ਨੂੰ ਨਹਿਰ ਕੰਢੇ ਛੱਡ ਆਇਆ। ਹਾਏ ਹਾਏ ਪੁੱਤ, ਆ ਕੀ ਕਰਤਾ ਤੂੰ? ਬੇਬੇ ਬਾਲਾ ਨਾ ਬੋਲ, ਮੇਰਾ ਸਿਰ ਦੁਖਣ ਲੱਗ। ਬਲਜੀਤ ਇੰਨਾ ਸੁਣ ਕੇ ਕਮਰੇ 'ਚੋਂ ਬਾਹਰ ਆ ਜਾਂਦੀ ਹੈ। ਉਹ ਵਿਚਾਰੇ ਜਵਾਕਾਂ ਬਾਰੇ ਸੋਚ ਕਮਲੀ ਹੋ ਰਹੀ ਹੁੰਦੀ ਹੈ। ਉਹ ਫਟਾਫਟ ਆਪਣੇ ਛੋਟੇ ਮੁੰਡੇ ਕੁਲਦੀਪ ਸਿੰਘ ਨੂੰ ਇਹ ਸਾਰੀ ਘਟਨਾ ਬਾਰੇ ਦੱਸਦੀ ਆ ਤੇ ਫਿਰ ਉਹਨਾਂ ਤਿੰਨਾਂ ਨੂੰ ਲੱਭਣ ਬਾਰੇ ਕਹਿੰਦੀ ਹੈ। ਬਲਜੀਤ ਸਿਮਰਨ ਦੇ ਪੇਕੇ ਫੋਨ ਕਰਦੀ ਹੈ। ਉਹ ਸਾਰੀ ਵਾਪਰੀ ਘਟਨਾ ਦੱਸ ਕੇ ਮਾਫੀ ਮੰਗਦੀ ਹੈ ਅਤੇ ਲੱਭਣ ਬਾਰੇ ਆਖਦੀ ਹੈ। ਕੁਲਦੀਪ ਬੱਸ ਅੱਡੇ ਆ ਜਾਂਦਾ ਹੈ ਤੇ ਪਿੰਡ ਵੱਲ ਆਉਂਦੀ ਹਰ ਬੱਸ ਵਿੱਚ ਬਿੜਕ ਰੱਖਦਾ ਹੈ। ਉਸਨੂੰ ਲੱਗਦਾ ਸੀ ਕਿ ਸਿਮਰਨ ਸ਼ਾਇਦ ਨਹਿਰ ਕੋਲੋਂ ਕੋਈ ਬੱਸ ਲੈ ਲਵੇ, ਵਾਪਿਸ ਆ ਜਾਵੇਗੀ। ਸਿਮਰਨ ਦੀ ਮਾਂ ਤੇ ਭਰਾ ਵੀ ਸ਼ਹਿਰ ਵਿੱਚ ਲੱਭਣ ਲੱਗ ਜਾਂਦੇ ਨੇ। ਉਹ ਬਾਰ-ਬਾਰ ਸਿਮਰਨ ਨੂੰ ਫੋਨ ਲਾਉਂਦੇ ਨੇ ਪਰ ਫੋਨ ਬੰਦ ਆਉਂਦਾ ਹੈ। ਸ਼ਹਿਰ ਤੋਂ ਪਿੰਡ ਵੱਲ ਜਾਂਦੇ ਇੱਕ ਨਹਿਰ ਆਉਂਦੀ ਸੀ। ਉਹ ਉਸੇ ਨਹਿਰ ਕੋਲ ਜਾਂਦੇ ਨੇ ਤੇ ਆਸ-ਪਾਸ ਦੀਆਂ ਥਾਵਾਂ ਲੱਭਣ ਲੱਗਦੇ ਨੇ। ਸ਼ਾਮ ਦੇ 6 ਵੱਜ ਜਾਂਦੇ ਨੇ ਪਰ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਸੀ। ਇੱਕਦਮ ਫੋਨ ਸਵਿਚ ਔਨ ਹੁੰਦਾ ਹੈ ਤੇ ਕੁਦਰਤ ਦਾ ਫੋਨ ਉਸਦੇ ਮਾਮੇ ਨੂੰ ਆਉਂਦਾ ਹੈ ਕਿ ਉਹ ਗੁਰੂ ਘਰ ਵਿੱਚ ਨੇ। ਤੁਸੀਂ ਸਾਨੂੰ ਲੈਣ ਆ ਜਾਓ, ਜਿਸ ਨਾਲ ਉਹਨਾਂ ਤਿੰਨਾਂ ਦੀ ਭਾਲ ਹੋ ਜਾਂਦੀ ਹੈ। ਬਹੁਤ ਦਰਦ ਨੇ ਇਸ ਜ਼ਿੰਦਗੀ ਵਿੱਚ, ਦੱਸਾਂ ਜਾਂ ਨਾ? ਇੱਕ ਚੰਗਾ ਮਜ਼ਾਕ ਹੈ ਇਹ ਜ਼ਿੰਦਗੀ, ਦੱਸ ਉਸ 'ਤੇ ਹਾਸਾਂ ਜਾਂ ਨਾ? ਸਾਹ ਘੁੱਟ ਹੁੰਦਾ ਹੈ ਜਿਸ ਜ਼ਿੰਦਗੀ ਵਿੱਚ, ਦੱਸ ਉਸ ਵਿੱਚ ਵਸਾਂ ਜਾਂ ਨਾ? ਇੱਕ ਅਜੀਬ ਜਿਹਾ ਜੰਜਾਲ ਹੈ ਮੇਰੀ ਜ਼ਿੰਦਗੀ, ਦੱਸ ਉਸ ਵਿੱਚ ਫਸਾਂ ਜਾਂ ਨਾ? ਲਗਾਮ ਖੁੱਲੀ ਹੈ ਮੇਰੇ ਅਥਰੂਆਂ ਦੀ, ਦੱਸ ਇਹਨਾਂ ਨੂੰ ਕਸਾਂ ਜਾਂ ਨਾ? ਬਹੁਤ ਦਰਦਾਂ ਨੇ ਇਸ ਜ਼ਿੰਦਗੀ ਵਿੱਚ, ਦੱਸਾਂ ਜਾਂ ਨਾ? ਅਵਤਾਰ ਦੀਆਂ ਅਨੇਕਾਂ ਮਿੰਨਤਾਂ ਤੇ ਕੋਸ਼ਿਸ਼ਾਂ ਤੋਂ ਬਾਅਦ ਸਿਮਰਨ ਘਰ ਵਾਪਸ ਆਉਣ ਲਈ ਰਾਜੀ ਹੋ ਜਾਂਦੀ ਹੈ। ਅਵਤਾਰ ਸਿਮਰਨ ਤੇ ਜਵਾਕਾਂ ਨੂੰ ਵਾਪਸ ਘਰ ਲੈ ਆਉਂਦਾ ਹੈ। ਸਿਮਰਨ ਆਪਣੇ ਵਿਆਹ ਤੋਂ ਬਾਅਦ ਦੇ ਸਾਰੇ ਝੱਲਿਆ ਤਕਲੀਫਾਂ ਬਾਰੇ ਆਪਣੇ ਪੇਕੇ ਘਰ ਦੱਸਦੀ ਆ। ਇਹ ਸਭ ਸੁਣ ਕੇ ਉਸਦਾ ਪੇਕੇ ਪਰਿਵਾਰ ਬਹੁਤ ਹੈਰਾਨ ਤੇ ਦੁਖੀ ਹੁੰਦੇ ਨੇ ਅਤੇ ਕਦੇ ਉਸ ਘਰ ਨਾ ਵਾਪਸ ਜਾਣ ਦੀ ਸਲਾਹ ਕਰਦੇ ਨੇ। ਸਿਮਰਨ ਅੰਦਰੋਂ ਅੰਦਰੀ ਜਵਾਕਾਂ ਬਾਰੇ ਸੋਚ ਪਰੇਸ਼ਾਨ ਸੀ। ਕੁਝ 2-4 ਦਿਨਾਂ ਬਾਅਦ ਸਿਮਰਨ ਦੇ ਸਹੁਰੇ ਪਿੰਡ ਉਸਦੀ ਸੱਸ ਸਹੁਰਾ ਤੇ ਸਰਪੰਚ ਰਾਜ਼ੀ ਮੰਦਾ ਕਰਨ ਲਈ ਸਿਮਰਨ ਦੇ ਪੇਕੇ ਘਰ ਆਉਂਦੇ ਨੇ, ਪਰ ਉਹਨਾਂ ਨਾਲ ਹਰਦੀਪ ਨਹੀਂ ਆਉਂਦਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਜੋ ਵੀ ਉਸਨੇ ਕੀਤਾ ਉਹ ਸਹੀ ਹੈ। ਉਸਨੂੰ ਇਸ ਘਟਨਾ ਦਾ ਕੋਈ ਪਛਤਾਵਾ ਨਹੀਂ ਸੀ। ਬੱਚੇ ਆਪਣੇ ਦਾਦਾ ਦਾਦੀ ਨੂੰ ਦੇਖ ਕੇ ਬਹੁਤ ਖੁਸ਼ ਹੋਏ ਅਤੇ ਬੱਚੇ ਉਹਨਾਂ ਨੂੰ ਬਹੁਤ ਘੁੱਟ ਕੇ ਮਿਲਦੇ ਨੇ। ਉਹਨਾਂ ਦਾ ਆਪਣੇ ਦਾਦੀ ਦਾਦਾ ਨਾਲ ਬਹੁਤ ਪਿਆਰ ਸੀ ਤੇ ਬੱਚੇ ਉਹਨਾਂ ਬਿਨਾਂ ਜੀ ਨਹੀਂ ਸੀ ਲਾਉਂਦੇ। ਸਿਮਰਨ ਤੋਂ ਉਸਦੇ ਸੱਸ ਤੇ ਸਹੁਰੇ ਮਾਫੀ ਮੰਗਦੇ ਨੇ ਪਰ ਸਿਮਰਨ ਉੱਥੇ ਵਾਪਸ ਜਾਣ ਤੋਂ ਮਨਾ ਕਰ ਦਿੰਦੀ ਹੈ ਅਤੇ ਆਖਦੀ ਹੈ ਜਦੋਂ ਹਰਦੀਪ ਆਪਣੀ ਇਸ ਗਲਤੀ ਦੀ ਮਾਫੀ ਮੰਗੇਗਾ ਮੈਂ ਉਦੋਂ ਹੀ ਵਾਪਿਸ ਆਵਾਂਗੀ, ਨਹੀਂ ਤਾਂ ਨਹੀਂ। ਪਰ ਹਰਦੀਪ ਇੱਕ ਫੋਕੀ ਆਕੜ ਰੱਖਣ ਵਾਲਾ ਬੰਦਾ ਸੀ ਜਿਸਨੂੰ ਕਿਸੇ ਅੱਗੇ ਝੁਕਣਾ ਨਹੀਂ ਸੀ ਪਸੰਦ।
ਉਹ ਸਿਮਰਨ ਤੋਂ ਮਾਫੀ ਮੰਗਣ ਲਈ ਰਾਜ਼ੀ ਨਹੀਂ ਸੀ। ਸਿਮਰਨ ਦੇ ਪੇਕਿਆਂ ਨੇ ਉਸ ਦੀਆਂ ਇਹ ਹਰਕਤਾਂ ਦੇਖ ਕੇ ਸਿਮਰਨ ਤੇ ਹਰਦੀਪ ਦਾ ਫੈਸਲਾ ਲਿਆ ਅਤੇ ਤਲਾਕ ਦੇ ਕਾਗਜ਼ ਬਣਾਉਣੇ ਸ਼ੁਰੂ ਕਰ ਦਿੱਤੇ। ਸਿਮਰਨ ਇਸ ਫੈਸਲੇ ਤੋਂ ਖੁਸ਼ ਨਹੀਂ ਸੀ। ਉਹ ਆਪਣੇ ਬੱਚਿਆਂ ਬਾਰੇ ਸੋਚਦੀ ਹੈ ਕਿ ਬੱਚੇ ਆਪਣੇ ਦਾਦਾ ਦਾਦੀ ਤੋਂ ਬਿਨਾਂ ਕਿਸ ਤਰ੍ਹਾਂ ਰਹਿਣਗੇ ਅਤੇ ਉਹਨਾਂ ਦੀ ਪੜ੍ਹਾਈ ਵੀ 1 ਸਾਲ ਪਿੱਛੇ ਰਹਿ ਜਾਵੇਗੀ। ਉਹ ਹਰਦੀਪ ਦੀ ਬੇਵਕੂਫੀ ਦੀ ਸਜ਼ਾ ਬੱਚਿਆਂ ਨੂੰ ਨਹੀਂ ਦੇਵੇਗੀ। ਉਹ ਬੱਚਿਆਂ ਦਾ ਭਵਿੱਖ ਖਰਾਬ ਨਹੀਂ ਕਰੇਗੀ। ਆਪ ਚਾਹੇ ਉੱਥੇ ਕਿਸੇ ਵੀ ਤਰ੍ਹਾਂ ਰਵੇ। ਸਿਮਰਨ ਬਿਨਾਂ ਕੁਝ ਹੋਰ ਸੋਚੇ ਵਾਪਸ ਪਿੰਡ ਜਾਣ ਦੀ ਸਲਾਹ ਕਰਦੀ ਹੈ। ਉਸਨੇ ਇਹ ਫੈਸਲਾ ਆਪਣੀ ਮਨਮਰਜ਼ੀ ਨਾਲ ਲਿਆ ਸੀ। ਕੋਈ ਉਸਦੇ ਪੱਖ ਵਿੱਚ ਸੀ ਤੇ ਕੋਈ ਖਿਲਾਫ। ਸਿਮਰਨ ਆਪਣੇ ਸੱਸ ਸਹੁਰੇ ਨਾਲ ਵਾਪਿਸ ਚਲੀ ਜਾਂਦੀ ਹੈ। ਕੁਦਰਤ ਆਪਣੇ ਮਾਂ ਦੇ ਦਿਲ ਦੇ ਹਾਲ ਤੋਂ ਚੰਗੀ ਤਰ੍ਹਾਂ ਵਾਕਿਫ ਸੀ। ਉਹ ਜਾਣਦੀ ਸੀ ਕਿ ਉਸਦੀ ਮਾਂ ਨੇ ਇਹ ਸਭ ਉਹਨਾਂ ਦੋਨਾਂ ਦੀ ਖੁਸ਼ੀ ਲਈ ਕੀਤਾ ਹੈ। ਉਸਦੇ ਦਿਲ ਅੰਦਰ ਆਪਣੇ ਪਿਓ ਲਈ ਨਫ਼ਰਤ ਤੇ ਮਾਂ ਲਈ ਇੱਕ ਦਇਆ ਪੈਦਾ ਹੋ ਗਈ। ਉਸ ਲਈ ਉਸਦੀ ਮਾਂ ਇੱਕ ਪ੍ਰੇਰਨਾ ਬਣ ਗਈ। ਇਸ ਘਟਨਾ ਨੂੰ ਕੁਦਰਤ ਨੇ ਹਮੇਸ਼ਾ ਆਪਣੇ ਦਿਲ ਵਿੱਚ ਰੱਖਿਆ। ਉਹ ਹਮੇਸ਼ਾ ਆਪਣੀ ਮਾਂ ਵਰਗੀਆਂ ਬਹੁਤ ਮਾਵਾਂ ਨੂੰ ਇਸ ਜੰਜਾਲ ਚੋਂ ਕੱਢਣਾ ਚਾਹੁੰਦੀ ਸੀ। ਉਸਨੇ ਵਕੀਲ ਬਣ ਕੇ ਇਹਨਾਂ ਬੁਰਾਈਆਂ ਖਿਲਾਫ ਲੜਨ ਦਾ ਫੈਸਲਾ ਲਿਆ। 10-15 ਸਾਲ ਬਾਅਦ ਉਹ ਵਕੀਲ ਬਣੀ। ਉਸਨੇ ਇਹੋ ਜਿਹੀਆਂ ਬਹੁਤ ਮਾਵਾਂ ਦੀ ਸੇਵਾ ਕੀਤੀ ਅਤੇ ਹਰਦੀਪ ਵਰਗੇ ਔਰਤਾਂ ਤੇ ਜ਼ੁਲਮ ਕਰਦੇ ਹੋਏ ਰਾਖਸ਼ਾਂ ਨੂੰ ਜੇਲ੍ਹਾਂ ਦੀ ਰਾਹ ਪਾਇਆ। ਇਹ ਘਟਨਾ ਕਿਸੇ ਇੱਕ ਔਰਤ ਨਾਲ ਨਹੀਂ ਵਾਪਰੀ। ਬਹੁਤ ਔਰਤਾਂ ਨੇ ਜੋ ਰੋਜ਼ ਜਿਉਂਦੇ ਜੀ ਮਰ ਰਹੀਆਂ ਨੇ। ਇਹੋ ਜਿਹੇ ਹਾਲਾਤ ਵਿੱਚ ਰਹਿਣ ਵਾਲੇ ਬੱਚਿਆਂ ਦੀ ਸੋਚ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਉਹਨਾਂ ਬੱਚਿਆਂ ਦੀ ਸੋਚ ਜ਼ਿਆਦਾਤਰ ਨੈਗੇਟਿਵ ਹੀ ਹੁੰਦੀ ਹੈ। ਉਹ ਹਰ ਚੀਜ਼ ਨੂੰ ਡੂੰਘਾ ਅਤੇ ਗਲਤ ਸੋਚਦੇ ਨੇ। ਲੋੜ ਹੈ ਤੇ ਹਰਦੀਪ ਵਰਗੇ ਬੰਦਿਆਂ ਨੂੰ ਸਿੱਧੇ ਰਾਹ ਪਾਉਣ ਦੀ, ਨਾ ਕਿ ਉਹਨਾਂ ਦਰਦਾਂ ਨੂੰ ਘੁੱਟ-ਘੁੱਟ ਕੇ ਸਹਿਣ ਦੀ। ਇਹ ਸੀ ਜੀ ਕਹਾਣੀ ਅਧੂਰੇ ਚਾਅ। ਹੋਰ ਕਹਾਣੀਆਂ ਪੜ੍ਹਨ ਤੇ ਸੁਣਨ ਲਈ ਪਲੀਜ਼ ਵਿਜ਼ਿਟ www.punjabilibrary.com and don't forget to subscribe our channel and click on the ring bell. Thank you so much. Take care. ਸਤਿ ਸ਼੍ਰੀ ਅਕਾਲ। ਆਪਣਾ ਖਿਆਲ ਰੱਖਿਓ। ਰੱਬ ਰਾਖਾ।